ਇੱਕ ਟਰੈਕਟਰ ਹੈ ਜਿਹੜਾ ਉਹ 1000 ਘੰਟਾ ਸਾਲ ਦੇ ਵਿੱਚ ਚੱਲਣਾ ਚਾਹੀਦਾ, ਪਰ ਜਿਹੜਾ ਕਾਮ ਜ਼ਿਮੀਂਦਾਰ 25-30 ਏਕੜ ਦੀ ਖੇਤੀ ਕਰਦਾ ਉਹਦਾ ਟਰੈਕਟਰ 200 ਘੰਟਾ ਵੀ ਨਹੀਂ ਚੱਲਦਾ। ਜ਼ਿਮੀਂਦਾਰ ਦੇ ਇੱਕ ਫੇਲ ਹੋਣ ਦਾ ਵੀ ਇਸ ਕਾਰਨ ਮੈਂ ਕਹਾਂ ਤਾਂ ਇੱਕ ਵੱਡਾ ਕਾਰਨ ਹੋ ਸਕਦਾ ਕਿ ਹਰ ਜ਼ਿਮੀਂਦਾਰ ਭਾਵੇਂ ਉਹਦੇ ਕੋਲ ਜ਼ਮੀਨ ਪੈਲੀ ਘੱਟ ਵੀ ਹੈ ਲੇਕਿਨ ਉਹ ਟਰੈਕਟਰ ਹੈ ਜਿਹੜਾ ਉਹ ਵੱਡਾ ਖਰੀਦਦਾ। ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਜੋੜਨ ਲਈ, ਖੇਤੀਬਾੜੀ ਮਹਿਕਮੇ ਦੇ ਨਾਲ ਜੋੜਨ ਦੇ ਲਈ ਸੁਸਾਇਟੀਆਂ ਬਣਾਈਆਂ ਗਈਆਂ ਸੀ ਤਾਂ ਜੋ ਕਿਸਾਨ ਫਸਲ ਦੇ ਪ੍ਰਤੀ ਅਵੇਅਰ ਹੋ ਸਕਣ ਅਤੇ ਕਈ ਤਰ੍ਹਾਂ ਦੇ ਜੋ ਕੰਮ ਆ ਉਹ ਕਰ ਸਕਣ। ਕਈ ਤਰ੍ਹਾਂ ਦੇ ਸੰਦ ਸੁਸਾਇਟੀਆਂ ਬਣਾਉਂਦੀਆਂ ਨੇ। ਗੱਲ ਕਰਾਂਗੇ ਇਹ ਸੁਸਾਇਟੀਆਂ ਕੰਮ ਕਿਸ ਤਰ੍ਹਾਂ ਦੀਆਂ ਕਰਦੀਆਂ ਨੇ, ਕਿਵੇਂ ਕੰਮ ਚਾਹੀਆਂ, ਕਿਵੇਂ ਹੋਣ ਚਾਹੀਆਂ ਸੁਸਾਇਟੀਆਂ, ਅਤੇ ਜੇ ਅੱਜ ਦੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਜੋ ਖੇਤੀਬਾੜੀ ਦੇ ਸੰਦ ਨੇ ਉਹ ਸੁਸਾਇਟੀਆਂ ਕਿਸਾਨਾਂ ਨੂੰ ਦਿੰਦੇ ਨੇ। ਗੱਲ ਕਰਦੇ ਸਾਡੇ ਨਾਲ ਕੋਹਾੜਾ ਸੁਸਾਇਟੀ ਦੇ ਪ੍ਰਧਾਨ ਮੌਜੂਦ ਨੇ। ਸੋ ਪ੍ਰਧਾਨ ਸਾਹਿਬ, ਸਭ ਤੋਂ ਪਹਿਲੀ ਗੱਲ ਜੇ ਸੁਸਾਇਟੀਆਂ ਦੀ ਕੀਤੀ ਜਾਵੇ ਤਾਂ ਸੁਸਾਇਟੀਆਂ ਕਦੋਂ ਹੋਂਦ ਵਿੱਚ ਆਈਆਂ ਤੇ ਕੀ ਕੰਮ ਕਰਦੀਆਂ? ਇਹ ਮੈਂ ਕੁਲਵੀਰ ਸਿੰਘ ਭੈਰੋ ਮੁੰਨਾ, ਪ੍ਰਧਾਨ ਦੀ ਕੋਹਾੜਾ ਕੋਆਪਰੇਟਿਵ ਐਗਰੀਕਲਚਰ ਮਲਟੀਪਰਪਜ਼ ਸੁਸਾਇਟੀ ਲਿਮਟਿਡ ਕੋਹਾੜਾ। ਇਹ ਜਿਹੜੀਆਂ ਸੁਸਾਇਟੀਆਂ ਨੇ, ਜਦੋਂ ਸਹਿਕਾਰਤਾ ਵਿਭਾਗ ਨੇ ਆਪਣੇ ਪੰਜਾਬ ਦੇ ਵਿੱਚ ਹਰੇ ਇਨਕਲਾਬ ਦੀ ਗੱਲ ਚੱਲੀ ਹੈ, ਸਹਿਕਾਰਤਾ ਵਿਭਾਗ ਦੇ ਰਾਹੀਂ ਲੋਕਾਂ ਨੂੰ, ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਖਾਤਰ ਇਹ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ। ਸਾਡੀ ਇਹ ਸੁਸਾਇਟੀ ਜਿਹੜੀ ਹੈ 1978 ਦੇ ਵਿੱਚ, 1978 ਤੋਂ ਪਹਿਲਾਂ ਪਿੰਡ ਸੁਸਾਇਟੀਆਂ ਹੁੰਦੀਆਂ ਸੀ, ਲੇਕਿਨ 1978 ਦੇ ਵਿੱਚ ਜਿਹੜੀਆਂ ਕਮਜ਼ੋਰ ਸੁਸਾਇਟੀਆਂ ਸੀ ਉਹਨਾਂ ਨੂੰ ਫਿਰ ਚੰਗੀਆਂ ਸੁਸਾਇਟੀਆਂ ਦੇ ਵਿੱਚ ਮਰਜ ਕਰਕੇ 2-2, 3-3, 4-4 ਪਿੰਡਾਂ ਦੀਆਂ ਸੁਸਾਇਟੀਆਂ ਬਣਾ ਦਿੱਤੀਆਂ ਨੇ। ਇਹ ਸਾਡੀ ਸੁਸਾਇਟੀ 1978 ਦੇ ਵਿੱਚ ਹੋਂਦ 'ਚ ਆਈ ਸੀ, ਮਰਜ ਹੋ ਕੇ 3 ਪਿੰਡਾਂ ਦੀ ਸੁਸਾਇਟੀ ਹੈ। ਅਤੇ ਇੱਥੇ ਸਹਿਕਾਰਤਾ ਦੇ ਰਾਹੀਂ ਕਿਸਾਨਾਂ ਨੂੰ ਜਿੱਥੇ ਕਰਜ਼ੇ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਫਸਲੀ ਜਿਹਨੂੰ ਟਰਮ ਲੋਨ ਕਹਿੰਦੇ ਆ, ਫਸਲੀ ਕਰਜ਼ਾ ਇੱਥੋਂ ਮਿਲਦਾ ਹੈ ਤਾਂ ਕਿ ਉਹ ਜਿਹੜੀ ਆਪਣੀ ਫਸਲ ਹੈ ਉਹਨੂੰ ਪਾਲ ਸਕੇ। ਉਹਦੇ ਜਿਹੜੇ ਸੰਬੰਧਿਤ ਖਰਚੇ ਨੇ ਉਹਨਾਂ ਦੇ ਮੁਤਾਬਕ ਉਹਨੂੰ ਕਰਜ਼ਾ ਦਿੱਤਾ ਜਾਂਦਾ ਵਾ। ਜਿੰਨੀ ਉਹਦੇ ਕੋਲ ਜ਼ਮੀਨ ਹੈ ਉਹ ਜਿਹੜੀ ਫਸਲ ਬੀਜਦਾ, ਜਿਸ ਤਰ੍ਹਾਂ ਝੋਨਾ ਬੀਜਣਾ, ਝੋਨੇ 'ਤੇ ਜੋ ਖਰਚਾ ਆਉਂਦਾ ਉਹਦੇ ਮੁਤਾਬਕ ਉਹਦਾ ਹੱਦ ਕਰਜ਼ਾ ਬਣ ਜਾਂਦਾ ਔਰ ਉਹਨੂੰ ਉਨੀ ਕੁ ਰਕਮ ਉਹਦੇ ਵਿੱਚ ਮਿਲਦੀ ਹੈ। ਦੂਸਰਾ, ਖਾਦ, ਜਿਹੜੀ ਖਾਦ ਆ ਉਹ ਸੁਸਾਇਟੀਆਂ ਤੋਂ ਉਹਨਾਂ ਨੂੰ ਪ੍ਰੋਵਾਈਡ ਹੁੰਦੀ ਹੈ। ਅਤੇ ਤੀਸਰਾ, ਸਹਿਕਾਰਤਾ ਵਿਭਾਗ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਸਰਕਾਰ ਨੇ ਕਾਫੀ ਇਹਦੇ ਵਿੱਚ ਉਦਮ ਕੀਤੇ ਨੇ। ਉਹਨਾਂ ਉਦਮਾਂ ਦੇ ਵਿੱਚ ਕੀ ਹੈ ਕਿ ਜਿਹੜੀਆਂ ਸੁਸਾਇਟੀਆਂ ਨੇ ਇਹਨਾਂ ਨੂੰ ਹੋਰ ਕੰਮਾਂ ਵੱਲ ਵੀ ਪ੍ਰੇਰਿਤ ਕੀਤਾ। ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਤਾਂ 3500-3600 ਸੁਸਾਇਟੀ ਹੈ ਅਤੇ ਸਾਡੇ ਲੁਧਿਆਣੇ ਜ਼ਿਲ੍ਹੇ 'ਚ 365 ਦੇ ਕਰੀਬ ਸੁਸਾਇਟੀਆਂ ਨੇ। ਅਤੇ ਉਹਨਾਂ ਸੁਸਾਇਟੀਆਂ ਨੂੰ ਅੱਗੋਂ ਕਿਹਾ ਕਿ ਕਿਸਾਨੀ ਨਾਲ ਸੰਬੰਧਿਤ ਜੋ ਵੀ ਕਿੱਤਾ ਤੁਸੀਂ ਕਰ ਸਕਦੇ ਹੋ, ਕਿਉਂਕਿ ਜਿਹੜਾ ਮਲਟੀਪਰਪਜ਼ ਹੈ, ਬਹੁ ਮੰਤਵੀ, ਕੋਈ ਵੀ ਮੰਤਵ ਲਈ ਤੁਸੀਂ ਸੁਸਾਇਟੀ ਬਣਾ ਸਕਦੇ ਹੋ, ਅੱਗੋਂ ਕੰਮ ਕਰ ਸਕਦੇ ਹੋ। ਜਿਹਦੇ ਵਿੱਚ ਸੁਸਾਇਟੀਆਂ ਨੇ ਟਰੈਕਟਰ ਖਰੀਦੇ, ਖੇਤੀਬਾੜੀ ਦੇ ਸੰਦ ਖਰੀਦੇ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸੰਦ ਨੇ ਉਹ ਇੱਕ ਛੋਟੇ ਜ਼ਿਮੀਂਦਾਰ ਦੇ ਲਈ ਲੈਣੇ ਬੜੇ ਮੁਸ਼ਕਲ ਨੇ, ਇਸ ਕਰਕੇ ਕਿਉਂਕਿ ਸੰਦ ਸਾਰੇ ਮਹਿੰਗੇ ਨੇ, ਵੱਡੇ ਟਰੈਕਟਰਾਂ ਨਾਲ ਚੱਲਦੇ ਨੇ। ਤਾਂ ਉਹ ਸਹਿਕਾਰਤਾ ਦੇ ਰਾਹੀਂ ਸਰਕਾਰ ਨੇ ਉਹਦੇ ਵਿੱਚ ਸਬਸਿਡੀ ਵੀ ਦਿੱਤੀ ਹੈ ਕਿ ਜੋ ਸੁਸਾਇਟੀ ਜਿਹੜੀ ਹੈਗੀ ਆ ਉਹ ਇਹ ਸੰਦ ਲਊਗੀ ਉਹਨੂੰ 80% ਤੱਕ ਸਬਸਿਡੀ ਸਰਕਾਰ ਦਿੰਦੀ ਹੈ। ਅਤੇ ਇੱਥੋਂ ਸਾਡੇ ਜ਼ਿਮੀਂਦਾਰ ਭਰਾ ਉਹਨੂੰ ਇੱਕ ਬਹੁਤ ਹੀ ਘੱਟ ਕਿਰਾਏ 'ਤੇ ਲੈ ਕੇ ਆਪਣਾ ਕੰਮ ਸਾਰ ਸਕਦੇ ਨੇ। ਜਿੰਨੇ, ਕਿਉਂਕਿ ਓਡਾ ਵੱਡਾ ਸੰਦ 'ਚ 4-5 ਲੱਖ ਰੁਪਏ ਦਾ ਕੋਈ ਸੰਦ ਹੈ ਖੇਤੀਬਾੜੀ ਦਾ ਆਉਂਦਾ, ਇੱਕ ਛੋਟਾ ਜ਼ਿਮੀਂਦਾਰ ਨਹੀਂ ਖਰੀਦ ਸਕਦਾ। ਉਹ ਸੁਸਾਇਟੀ ਕੋਲੋਂ ਲੈ ਕੇ ਕਿਰਾਏ 'ਤੇ ਆਪਦਾ ਕੰਮ ਸਾਰ ਸਕਦਾ। ਇਹ ਸੁਸਾਇਟੀਆਂ ਦਾ ਜਿਹੜਾ ਖੇਤੀਬਾੜੀ ਨਾਲ ਰਿਲੇਟਡ ਕੰਮ ਸੀ। ਇਸ ਤੋਂ ਬਿਨਾਂ ਜਿਹੜੀਆਂ ਕੁਝ ਚੰਗੀਆਂ ਸੁਸਾਇਟੀਆਂ ਚੰਗਾ ਵਰਕ ਕਰਦੀਆਂ ਨੇ, ਉੱਥੇ ਚੰਗੇ ਮੁਲਾਜ਼ਮ ਜਾਂ ਚੰਗੇ ਪ੍ਰਬੰਧਕ ਇਹ ਕੰਮ ਕਰਦੇ ਨੇ। ਉੱਥੇ ਉਹ ਸੁਸਾਇਟੀਆਂ ਦੇ ਕੋਲ ਸਰਮਾਇਆ ਵੀ ਹੈ। ਉਹ ਸਰਮਾਏ ਦੇ ਜ਼ਰੀਏ ਹੀ ਖੇਤੀਬਾੜੀ ਦੀਆਂ ਉਹ ਲਿਮਟਾਂ ਵੀ ਬਣਾਉਂਦੇ ਨੇ। ਸਾਡੀ ਸੁਸਾਇਟੀ ਆ ਉਹ ਜਿਹੜਾ ਹੱਦ ਕਰਜ਼ੇ ਤੋਂ ਬਿਨਾਂ ਗੱਲ ਲਿਮਟ ਦੀ ਕਰਦੇ ਹਾਂ। ਜੇ ਲਿਮਟ ਬਣਾਉਣੀ ਉਹ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਸੁਸਾਇਟੀ? ਕਿਉਂਕਿ ਬੈਂਕ ਦੀ ਲਿਮਟ ਜੇ ਅਸੀਂ ਦੇਖਦੇ ਹਾਂ ਤਾਂ ਉਹ ਲੈਂਡ ਦੇਖ ਲੈਂਦੇ ਨੇ ਜਾਂ ਜਿਹੜੀ ਤੁਹਾਡੇ ਕੋਲ ਜਗ੍ਹਾ ਜਾਂ FD ਦੇ ਅਕੋਰਡਿੰਗ ਉਹ ਲਿਮਟ ਬਣਾਉਂਦੇ। ਜੇ ਸੁਸਾਇਟੀ ਦੀ ਲਿਮਟ ਉਹ ਕਿਸ ਤਰ੍ਹਾਂ ਬਣਦੀ? ਜਿਹੜੀ ਸੁਸਾਇਟੀ ਤੋਂ ਜੇ ਲਿਮਟ ਬਣਵਾਉਣੀ ਹੈ ਤਾਂ ਉਹ ਸੇਮ ਬੈਂਕ ਰਾਹੀਂ ਹੀ, ਕਿਉਂਕਿ ਜੋ ਬੈਂਕ ਦਾ ਨਿਯਮ ਨੇ
ਕਿ ਜ਼ਮੀਨ ਉਹਦੇ 'ਚ ਪਲਜ ਕੀਤੀ ਜਾਊਗੀ ਤੇ ਉਹਦੇ ਮੁਤਾਬਕ ਜਿਹੜੀ ਸੁਸਾਇਟੀ ਹੈ ਉਹਨੂੰ ਉਹ ਲਿਮਟ ਬਣਾ ਦਿੰਦੀ ਹੈ ਜੀ ਕਿ 6 ਮਹੀਨੇ ਬਾਅਦ ਨਵੀਂ ਪੁਰਾਣੀ ਕਰਨੀ ਹੈ, ਜਿਵੇਂ ਉਵੇਂ ਇੱਥੇ ਉਹ ਸਿਸਟਮ ਹੈਗਾ ਉਹ ਸੁਸਾਇਟੀ ਦਿੰਦੀ ਹੈ। ਲੇਕਿਨ ਸੁਸਾਇਟੀ ਦੇ ਵਿੱਚ ਇਹ ਹੈ ਵੀ ਸਾਡਾ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਜਿਹੜੇ ਇੱਥੋਂ ਦੇ ਮੁਲਾਜ਼ਮ ਹੁੰਦੇ ਨੇ ਉਹ ਖੁਦ ਜ਼ਿਮੀਂਦਾਰ ਨੂੰ ਪਰਸਨਲੀ ਜਾਣਦੇ ਹੁੰਦੇ ਨੇ, ਇਸ ਕਰਕੇ ਕੋਈ ਬਹੁਤੇ ਚੱਕਰ ਨਹੀਂ ਲਵਾਉਂਦੇ ਔਰ ਜਲਦੀ ਉਹਨੂੰ ਜਿਹੜਾ ਕਰਜ਼ਾ ਹੈ ਉਹ ਮਿਲ ਜਾਂਦਾ ਹੈ। ਅਤੇ ਇੱਕ ਵੱਡੀ ਗੱਲ ਇਹ ਹੈ ਵੀ ਇੱਥੇ ਅਮਾਨਤਾਂ ਵੀ ਅਸੀਂ ਜਮ੍ਹਾਂ ਕਰ ਲੈਂਦੇ ਹਾਂ ਜੇ ਕੋਈ ਪੈਸੇ ਜਮ੍ਹਾਂ ਕਰਾਉਣਾ ਚਾਹੁੰਦਾ। ਇਹ ਤੋਂ ਬਿਨਾਂ ਸੁਸਾਇਟੀਆਂ ਪੂਰੇ ਪੰਜਾਬ ਦੇ ਵਿੱਚ ਇੱਦਾਂ ਦੀਆਂ ਸੁਸਾਇਟੀਆਂ ਵੀ ਨੇ ਜਿਨ੍ਹਾਂ ਨੇ ਪੈਟਰੋਲ ਪੰਪ ਵੀ ਲਾਏ ਹੋਏ ਨੇ, ਜਿਨ੍ਹਾਂ ਨੇ ਕਰਿਆਨੇ ਦੀਆਂ ਦੁਕਾਨਾਂ ਵੀ ਕੀਤੀਆਂ ਹੋਈਆਂ ਨੇ, ਆੜਤ ਦਾ ਕੰਮ ਵੀ ਕਰਦੀਆਂ ਨੇ। ਇਹ ਤੋਂ ਬਿਨਾਂ ਹਾਰਡਵੇਅਰ ਦੀਆਂ ਦੁਕਾਨਾਂ ਵੀ ਨੇ ਔਰ ਕਈ ਸੁਸਾਇਟੀਆਂ ਇੱਧਰ ਦੁਆਬਾ ਸਾਈਡ ਦੇ ਵਿੱਚ ਨੇ ਜਿਹੜੀਆਂ ਕਿ ਫੂਡ ਪ੍ਰੋਸੈਸਿੰਗ ਦਾ ਕੰਮ ਵੀ ਕਰਦੀਆਂ ਨੇ। ਇਨਕਮ ਦੇ ਸੋਰਸ ਵੀ ਬਣਾਏ ਹੋਏ ਨੇ ਉਹਨਾਂ ਨੇ, ਉਹ ਕਿਉਂਕਿ ਸੁਸਾਇਟੀ ਨੂੰ ਇਨਕਮ ਤਾਂ ਆਉਣੀ ਹੈ ਲੇਕਿਨ ਉਹਦੇ ਨਾਲ ਜ਼ਿਮੀਂਦਾਰ ਵੀ ਜੁੜੇ ਹੋਏ ਨੇ। ਜ਼ਿਮੀਂਦਾਰ ਜਿਸ ਤਰ੍ਹਾਂ ਹੁਣ ਗੁੜ ਵੇਚਣਾ ਹੈ, ਕਈ ਦੁਆਬੇ 'ਚ ਸੁਸਾਇਟੀਆਂ ਨੇ ਗੁੜ, ਹਲਦੀ, ਹੋਰ ਬਹੁਤ ਇਹੋ ਜਿਹੇ ਹੈਗੇ ਨੇ ਪ੍ਰੋਡਕਟ ਉਹਨਾਂ ਨੂੰ ਵੇਚਦੀਆਂ ਨੇ। ਉਹ ਸਾਰੇ ਇੱਕ ਸੁਸਾਇਟੀ ਦੇ ਰੂਪ ਦੇ ਵਿੱਚ ਰਜਿਸਟਰਡ ਹੋ ਕੇ ਉਹ ਆਪਦਾ ਸਾਰੇ ਜ਼ਿਮੀਂਦਾਰ ਆਪਦਾ ਯੋਗਦਾਨ ਪਾ ਕੇ ਉਹ ਵੇਚ ਸਕਦੇ ਨੇ। ਖੇਤੀ ਸੰਦਾਂ ਦੀ ਕਰਦੇ ਸੀ ਕਿ ਤੁਸੀਂ ਦੱਸਿਆ ਤੁਹਾਡੀ ਸੁਸਾਇਟੀ ਕੋਲ ਟਰੈਕਟਰ ਆ, ਹੋਰ ਸਮਾਨ ਵੀ, ਤੇ ਗੱਲ ਕੀਤੀ ਤਾਂ ਕਿੰਨੇ ਕੁ ਕਿਸਾਨ ਟਰੈਕਟਰ ਲੈ ਕੇ ਜਾਂਦੇ ਨੇ? ਉਹ ਜ਼ਿਆਦਾ ਲੈ ਕੇ ਜਾਂਦੇ ਨੇ, ਥੋੜ੍ਹੇ ਕਿ ਕਿਸ ਤਰ੍ਹਾਂ? ਜਿਹੜੇ ਛੋਟੇ ਕਿਸਾਨ ਨੇ ਖਾਸ ਕਰਕੇ ਜਿਨ੍ਹਾਂ ਦੀ ਥੋੜ੍ਹੀ ਵਾਹੀ ਹੈ, ਕਿਸੇ ਨੇ ਪੱਠੇ ਬੀਜਣੇ ਹੈ, ਕਿਸੇ ਨੇ ਥੋੜ੍ਹਾ ਕੰਮ ਕਰਨਾ, ਉਹ ਸਾਰੇ ਟਰੈਕਟਰ ਲੈ ਕੇ ਜਾਂਦੇ ਨੇ। ਇਹ ਤੋਂ ਬਿਨਾਂ ਕਈ ਵਾਰ ਕੋਈ ਜਿਹਦੇ ਕੋਲ ਟਰੈਕਟਰ ਹੈ ਵੀ ਉਹ ਵੀ ਟਰੈਕਟਰ ਲੈ ਜਾਂਦੇ ਨੇ। ਉਹ ਵੀ ਇਹ ਸਮਝਦੇ ਨੇ ਕਿ ਵੀ ਸਾਨੂੰ ਆਪਣੇ ਟਰੈਕਟਰ ਨਾਲ ਕਰਨ ਨਾਲੋਂ ਇਹ ਜਿਹੜਾ ਹੈਗਾ ਚਾਹੇ ਭਾਵੇਂ ਕਿਰਾਏ 'ਤੇ ਅਸੀਂ ਕਰਾਉਂਦੇ ਹਾਂ ਅਤੇ ਸਾਨੂੰ ਸਸਤਾ ਪੈਂਦਾ ਵਾ ਅਤੇ ਉਹਦੇ ਨਾਲ ਸੁਸਾਇਟੀ ਦੀ ਇਨਕਮ ਵੀ ਹੁੰਦੀ ਹੈ ਅਤੇ ਨੰਬਰ 2 ਦੇ ਉੱਤੇ ਜ਼ਿਮੀਂਦਾਰ ਦਾ ਕੰਮ ਵੀ ਸਮੇਂ ਸਿਰ ਹੋ ਜਾਂਦਾ ਵਾ। ਕਿਉਂਕਿ ਜਿੰਨੇ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਵੱਡੇ ਸੰਦ ਨੇ ਉਹ ਵੱਡਾ ਜ਼ਿਮੀਂਦਾਰ ਵੀ ਨਹੀਂ, ਕਿਉਂਕਿ ਲੈ ਕੇ ਉਹ 6 ਮਹੀਨੇ ਬਾਅਦ ਹੀ ਉਹਦੀ ਲੋੜ ਪੈਣੀ ਹੈ, ਉਹ ਤਾਂ ਉਹਦੀ ਕੋਈ ਲੋੜ ਹੀ ਨਹੀਂ ਹੈ, ਉਹ ਪਏ ਰਹਿੰਦੇ ਨੇ। ਇੱਥੇ ਜਦੋਂ ਸਭਾ ਦੇ ਕੋਲੋਂ ਪਏ ਨੇ ਉਹ ਗਾਹੇ ਬਗਾਹੇ ਸਾਰੇ ਜ਼ਿਮੀਂਦਾਰ ਉਹਨਾਂ ਤੋਂ ਆਪਦਾ ਕੰਮ ਸਾਰਦੇ ਰਹਿੰਦੇ ਨੇ। ਕਿਰਾਏ ਦੀ ਗੱਲ ਕੀਤੀ ਜਾਵੇ ਤਾਂ ਕਿਰਾਇਆ ਕਿਸ ਤਰ੍ਹਾਂ ਨਿਰਧਾਰਿਤ ਕਰਦੇ ਹੋ ਤੁਸੀਂ? ਸਰਕਾਰ ਵੱਲੋਂ ਆਉਂਦਾ ਨਿਰਧਾਰਿਤ ਕਿਰਾਇਆ ਜਾਂ ਸੁਸਾਇਟੀ ਆਪਣੇ ਪੱਧਰ ਤੇ ਕਰਦੀ ਹੈ? ਦੇਖੋ, ਜਿਹੜਾ ਸਰਕਾਰ ਵੱਲੋਂ ਕੋਈ ਨਹੀਂ, ਕਿਉਂਕਿ ਇਹ ਜਿਹੜਾ ਅਦਾਰਾ ਵਾ ਸਰਕਾਰ ਨੇ ਜਦੋਂ ਇਹ ਅਦਾਰਾ ਬਣਾਇਆ ਇਹ ਲੋਕਾਂ ਦਾ ਅਦਾਰਾ ਲੋਕਾਂ ਲਈ ਹੀ ਬਣਿਆ ਵਾ। ਇਹਦੇ 'ਚ ਸਰਕਾਰ ਦੀ ਕੋਈ ਹਿੱਸੇਦਾਰੀ ਨਹੀਂ। ਸਰਕਾਰ ਸਿਰਫ ਇੰਨਾ ਕੁ ਯੋਗਦਾਨ ਹੈ ਕਿ ਸਰਕਾਰ ਨੇ ਇੱਕ ਮਹਿਕਮਾ ਬਣਾਤਾ ਸਹਿਕਾਰਤਾ, ਜਿਹਦੇ ਵਿੱਚ ਉਹ ਇਹਦੇ ਪ੍ਰਬੰਧ ਨੂੰ ਦੇਖਣ ਦੇ ਲਈ ਕਿ ਇੱਥੋਂ ਜਿਹੜਾ ਪ੍ਰਬੰਧ ਹੈ ਉਹ ਕਿਵੇਂ ਹੁੰਦਾ ਵਾ। ਜਿਹੜੀਆਂ ਸੁਸਾਇਟੀਆਂ ਨੇ ਪ੍ਰਬੰਧਕ ਕਮੇਟੀ ਹੈ ਜਿਹੜੀ ਇੱਥੇ ਬਣਦੀ ਆ ਉਹ ਮੈਂਬਰਾਂ 'ਚੋਂ ਬਣਦੀ ਆ, ਉਹੀ ਇਹਦਾ ਪ੍ਰਬੰਧ ਕਰਦੇ ਨੇ, ਉਹੀ ਇਹਦਾ ਜਿਹੜਾ ਜਿੰਨਾ ਹਿਸਾਬ ਕਿਤਾਬ ਉਹਨਾਂ ਨੇ ਇਹ ਮੁਲਾਜ਼ਮ ਰੱਖੇ ਹੋਏ ਨੇ, ਉਹੀ ਮੁਲਾਜ਼ਮਾਂ ਨੂੰ ਤਨਖਾਹ ਦਿੰਦੇ ਨੇ। ਉਹਦੇ ਵਿੱਚੋਂ ਹੀ ਜਿਹੜੀ ਜ਼ਿਮੀਂਦਾਰਾਂ ਤੋਂ ਸਾਨੂੰ ਜਿਹੜੀ ਇਨਕਮ ਆਉਂਦੀ ਹੈ ਉਹਦੇ 'ਚੋਂ ਹੀ ਅਸੀਂ ਆ ਸਾਰੇ ਖਰਚੇ, ਆ ਬਿਲਡਿੰਗ ਬਣਾਈ ਆ, ਜੋ ਕੁਛ ਵੀ ਆ ਸਾਰਾ ਕੁਛ ਅਸੀਂ ਉਹਦੇ ਵਿੱਚੋਂ ਕਰਦੇ ਹਾਂ। ਕਿ ਜਿਹਦਾ ਕਿਰਾਇਆ ਉਹ ਫਿਰ ਹਰ ਸੁਸਾਇਟੀ ਦਾ ਅਲੱਗ-ਅਲੱਗ ਨਿਰਧਾਰਿਤ ਕੀਤਾ? ਹਾਂਜੀ, ਉਹ ਹਰ ਸੁਸਾਇਟੀ ਦਾ ਆਪਣਾ ਹੀ ਹੈਗਾ ਵਾ, ਪਰ ਉਹ ਬਹੁਤ ਘੱਟ ਵਾਜਬ ਰੇਟ ਸਾਰੀਆਂ ਸੁਸਾਇਟੀਆਂ ਹੀ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਸਾਰੀਆਂ ਸੁਸਾਇਟੀਆਂ ਬਹੁਤ ਵਾਜਬ ਰੇਟਾਂ 'ਤੇ ਕਿਰਾਇਆ, ਜਿਵੇਂ ਇੱਕ ਪ੍ਰਾਈਵੇਟ ਕੋਈ ਜ਼ਿਮੀਂਦਾਰ ਕਿਰਾਏ 'ਤੇ ਕੰਮ ਕਰਦਾ ਉਹਦੇ ਨਾਲੋਂ ਘੱਟ ਰੇਟ 'ਤੇ ਜਿਹੜਾ ਹੈਗਾ ਵਾ ਉਹ ਕਿਰਾਇਆ ਲਾਇਆ ਜਾਂਦਾ। ਟਰੈਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਟਰੈਕਟਰਾਂ ਦਾ ਕ੍ਰੇਜ਼ ਬਹੁਤ, ਆਪਾਂ ਥੋੜ੍ਹੀ ਦੇਰ ਪਹਿਲਾਂ ਜਿਵੇਂ ਗੱਲ ਕਰਦੇ ਸੀਗੇ ਤੁਸੀਂ ਦੱਸ ਰਹੇ ਸੀਗੇ ਕਿ ਟਰੈਕਟਰ ਦੀ ਇੰਨੀ ਕਪੈਸਿਟੀ ਹੁੰਦੀ ਆ, ਉਹ ਕੀ ਸੀ ਤੇ ਕਿੰਨੀ ਕਪੈਸਿਟੀ ਹੁੰਦੀ ਟਰੈਕਟਰ ਦੀ ਜੋ ਕੰਪਨੀ ਵੱਲੋਂ ਕਿਹਾ ਜਾਂਦਾ? ਦੇਖੋ, ਜੋ ਕੰਪਨੀ ਵੱਲੋਂ ਜਾਂ PAU ਵੱਲੋਂ ਰਿਕਮੈਂਡੇਸ਼ਨ ਹੈ ਉਹ ਇਹ ਹੈ ਵੀ ਇੱਕ ਟਰੈਕਟਰ ਹੈ ਜਿਹੜਾ ਉਹ 1000 ਘੰਟਾ ਸਾਲ ਦੇ ਵਿੱਚ ਚੱਲਣਾ ਚਾਹੀਦਾ ਹੈ ਘੱਟੋ ਘੱਟ, ਜੇ ਉਹ ਤੋਂ ਤੁਸੀਂ ਪੂਰੀ ਸਮਰੱਥਾ ਨਾਲ ਕੰਮ ਲੈਂਦੇ ਹੋ। ਪਰ ਜਿਹੜਾ ਇੱਕ ਆਮ ਜ਼ਿਮੀਂਦਾਰ 25-30 ਏਕੜ ਦੀ ਖੇਤੀ ਕਰਦਾ ਉਹਦਾ ਟਰੈਕਟਰ 200 ਘੰਟਾ ਵੀ ਨਹੀਂ ਚੱਲਦਾ। ਅਤੇ ਦੂਸਰੀ ਵੱਡੀ ਗੱਲ ਕਿ 35 ਹਾਰਸ ਪਾਵਰ ਦਾ ਟਰੈਕਟਰ ਹੈ ਜਿਹੜਾ ਉਹ PAU ਕਹਿੰਦੀ ਹੈ ਕਿ ਉਹ 50 ਏਕੜ ਦੀ ਖੇਤੀ ਬੜੇ ਆਰਾਮ ਨਾਲ ਕਰ ਸਕਦਾ ਵਾ 35 ਹਾਰਸ ਪਾਵਰ ਦਾ। ਜਦ ਕਿ ਜਿਹੜਾ ਇਹ ਅੱਜ ਜੇ ਮੈਂ ਕਹਾਂ ਇਹ ਥੋੜ੍ਹੀ ਜਿਹੀ ਆਪਣੇ ਵਿਸ਼ੇ ਨਾਲੋਂ ਅਲੱਗ ਗੱਲ ਹੈ ਕਿ ਜੇ ਅੱਜ ਡਿਸਕਸ ਜ਼ਰੂਰੀ ਕਰਨੀ ਚਾਹੀਦੀ ਹੈ, ਕਿਉਂਕਿ ਜੇ ਅੱਜ ਜ਼ਿਮੀਂਦਾਰ ਦੇ ਇੱਕ ਫੇਲ ਹੋਣ ਦਾ ਵੀ ਕਾਰਨ ਮੈਂ ਕਹਾਂ ਤਾਂ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਹਰ ਜ਼ਿਮੀਂਦਾਰ ਭਾਵੇਂ ਉਹਦੇ ਕੋਲ ਜ਼ਮੀਨ ਪੈਲੀ ਘੱਟ ਵੀ ਹੈ ਲੇਕਿਨ ਉਹ ਟਰੈਕਟਰ ਹੈ ਜਿਹੜਾ ਉਹ ਵੱਡਾ ਖਰੀਦਦਾ ਅਤੇ ਉਹ ਵੱਡਾ ਟਰੈਕਟਰ ਲੈ ਕੇ ਉਹਦੀ ਕੀਮਤ ਵੀ ਜ਼ਿਆਦਾ ਹੈ ਔਰ ਉਹਦੀ ਜਿਹੜੀ ਕਿਉਂਕਿ ਕੰਮ ਤਾਂ ਹੁਣ ਸੀਜ਼ਨਲ ਹੀ ਹੈ,
ਉਹ ਥੋੜ੍ਹੇ ਘੰਟੇ ਸਾਰੇ ਸਾਲ ਦੇ ਵਿੱਚ ਟਰੈਕਟਰ ਚੱਲਦਾ। ਜਿੰਨਾ ਵੱਡਾ ਟਰੈਕਟਰ ਆ ਉਹਨੇ ਉਹਨਾਂ ਘੱਟ ਚੱਲਣਾ ਵਾ, ਛੇਤੀ ਕੰਮ ਨਿਬੇੜ ਦਿੰਦਾ ਬਸ। ਪਰ ਕਰੇਜ਼ ਕਿਉਂਕਿ ਪੰਜਾਬੀਆਂ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਅੱਜ ਨਹੀਂ ਕੋਈ ਨਵਾਂ ਨਹੀਂ, ਹਰ ਗੱਲ ਦਾ ਕਰੇਜ਼ ਪੰਜਾਬੀਆਂ ਦੇ ਵਿੱਚ ਇਹ ਹੈਗਾ ਵਾ ਵੀ ਜੋ ਕੋਈ ਨਵੀਂ ਤਕਨੀਕ ਆਉਂਦੀ ਆ ਉਹ ਸਾਰਿਆਂ ਨੂੰ, ਭਾਵੇਂ ਇੱਕ ਇਕੱਲੇ ਟਰੈਕਟਰ ਨਹੀਂ, ਭਾਵੇਂ ਗੱਡੀਆਂ ਖਰੀਦਣੀਆਂ ਨੇ, ਭਾਵੇਂ ਕੋਈ ਹੋਰ ਸ਼ੌਕ ਪੂਰੇ ਕਰਨੇ ਨੇ, ਉਹ ਪੰਜਾਬੀ ਲੋਕ ਪਹਿਲ ਦੇ ਆਧਾਰ 'ਤੇ ਕਰਦੇ ਨੇ। ਤੇ ਪਰ ਮੈਂ ਕਿਉਂਕਿ ਸਹਿਕਾਰਤਾ ਵਿਭਾਗ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਆ, ਤੇ ਇੱਕ ਚੀਜ਼ ਮੈਂ ਸਮਝਦਾ ਵਾਂ ਜੇ ਅੱਜ ਜੇ ਕਿਸਾਨੀ ਨੂੰ ਬਚਾਇਆ ਜਾ ਸਕਦਾ ਤਾਂ ਸਹਿਕਾਰਤਾ ਲਹਿਰ ਨੂੰ ਥੋੜ੍ਹਾ ਜਿਹਾ ਸਰਕਾਰਾਂ ਨੂੰ ਚਾਹੀਦਾ ਕਿ ਇਹਦੇ 'ਤੇ ਜ਼ੋਰ ਦਿੱਤਾ ਜਾਵੇ, ਇਹਨੂੰ ਹੋਰ ਬਿਹਤਰ ਬਣਾਇਆ ਜਾਵੇ। ਔਰ ਸਹਿਕਾਰਤਾ ਦੇ ਜ਼ਰੀਏ ਹੀ ਅੱਜ ਸਾਰੀ ਦੁਨੀਆ ਇਸ ਗੱਲ ਨੂੰ ਮੰਨਦੀ ਹੈ। ਇਜ਼ਰਾਈਲ ਇੱਕ ਮੁਲਕ ਹੈ ਜਿੱਥੇ ਸਹਿਕਾਰੀ ਖੇਤੀ ਕੀਤੀ ਜਾਂਦੀ ਹੈ। ਉੱਥੇ ਜਿਸ ਤਰ੍ਹਾਂ ਇੱਕ ਪਿੰਡ ਹੈ, ਪੂਰੇ ਪਿੰਡ ਦਾ ਲੰਗਰ ਵੀ ਇੱਕ ਜਗ੍ਹਾ ਬਣਦਾ, ਪੂਰੇ ਪਿੰਡ ਦੀ ਜਿਹੜੀ ਖੇਤੀ ਉਹ ਵੀ ਇੱਕ ਜਗ੍ਹਾ ਹੁੰਦੀ ਹੈ, ਔਰ ਉਹਦੀ ਜਿਹੜੀ ਬੱਟ ਆ ਉਹਦੇ ਹਿੱਸਿਆਂ ਦੇ ਮੁਤਾਬਕ ਜਿਹਦੇ ਕੋਲ ਜਿੰਨੀ ਪੈਲੀ ਹੈ ਉਹਦੇ ਮੁਤਾਬਕ ਉਹਦੇ ਖਾਤਿਆਂ 'ਚ ਚਲੀ ਜਾਣੀ ਹੈ, ਔਰ ਸਾਰੇ ਲੋਕ ਮਿਲ ਕੇ ਕੰਮ ਕਰਦੇ ਆ। ਇਹ ਜੇ ਅਸੀਂ ਬਚ ਸਕਦੇ ਹਾਂ ਤਾਂ ਇਸ ਢੰਗ ਨਾਲ ਬਚਾਂਗੇ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਕੰਮ ਕਰਦੇ ਹੁੰਦੇ ਸੀ, ਸਾਂਝੀ ਖੇਤੀ ਕਰਦੇ ਹੁੰਦੇ ਸੀ। ਉਹ ਇੱਕ ਦੂਜੇ ਦਾ ਕੰਮ ਮਿਲ ਜੁਲ ਕੇ ਕਰਾਉਣਾ, ਉਸੇ ਨੂੰ ਹੀ ਸਹਿਕਾਰਤਾ ਕਿਹਾ ਜਾਂਦਾ। ਸਹਿਕਾਰਤਾ ਦਾ ਸ਼ਬਦ ਦੇ ਜੇ ਅਰਥ ਵੀ ਕਰਦੇ ਹਾਂ ਤਾਂ ਇਹੀ ਹੈ ਵੀ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਾ। ਜੇ ਅੱਜ ਵੀ ਜਦੋਂ ਅਸੀਂ ਇੱਕ ਸੁਸਾਇਟੀ ਨੂੰ ਇਕੱਠੇ ਹੋ ਕੇ ਚਲਾ ਸਕਦੇ ਹਾਂ, ਇਹਦੇ 'ਚ ਐਡਾ ਬੜਾ ਸਰਮਾਇਆ ਲਾ ਕੇ ਅੱਜ ਇਹ ਸਾਡੀ ਸੁਸਾਇਟੀ ਕਰੋੜਾਂ ਦੇ ਵਿੱਚ ਚੱਲ ਰਹੀ ਹੈ। ਜੇ ਅੱਜ ਇੱਕ ਬੈਂਕ ਦਾ ਰੂਪ ਧਾਰਨ ਕਰ ਗਈ ਹੈ, ਕੀ ਅਸੀਂ ਖੇਤੀ ਵੀ ਤਾਂ ਇਕੱਠੇ ਹੋ ਕੇ ਕਰ ਸਕਦੇ ਹਾਂ। ਅੱਜ ਇਹ ਸੁਸਾਇਟੀਆਂ ਨਾ ਹੋਣ ਤਾਂ ਜ਼ਿਮੀਂਦਾਰਾਂ ਨੂੰ ਨਾ ਖਾਦ ਮਿਲਣਾ ਨਾ ਬੀਜ ਮਿਲਣਾ। ਅੱਜ ਇਹ ਤੇ ਸੁਸਾਇਟੀ ਦੇ ਵਿੱਚੋਂ ਬੀਜ ਵੀ ਮਿਲਦਾ, ਖਾਦ ਵੀ ਮਿਲਦਾ, ਦਵਾਈਆਂ ਵੀ ਮਿਲਦੀਆਂ ਨੇ। ਇਹ ਤੋਂ ਬਿਨਾਂ ਇਕੱਲੀ ਮੈਂ ਇਹਨਾਂ ਖੇਤੀਬਾੜੀ ਸੁਸਾਇਟੀ ਦੀ ਨਾ ਗੱਲ ਕਰਾਂ, ਜਿਹੜੀਆਂ ਮਿਲਕ ਸੁਸਾਇਟੀਆਂ ਨੇ, ਜਿਹੜੇ ਪਿੰਡ ਦੇ ਵਿੱਚ ਮਿਲਕ ਸੁਸਾਇਟੀ ਨਹੀਂ ਹੈ, ਅੱਜ ਦੁੱਧ ਦਾ ਰੇਟ ਮਿਲਕ ਪਲਾਂਟ ਦੇ ਮੁਤਾਬਕ 60-65 ਰੁਪਏ ਹੈ। ਪਰ ਜਿਹੜੇ ਪਿੰਡ ਦੇ ਵਿੱਚ ਸੁਸਾਇਟੀ ਨਹੀਂ ਹੈਗੀ ਉੱਥੇ 35 ਰੁਪਏ ਕਿਲੋ ਦੁੱਧ ਵਿਕ ਰਿਹਾ ਅੱਜ ਵੀ। ਉੱਥੇ ਜਿਹੜੇ ਦੁੱਧੀ ਨੇ ਉਹ 35 ਰੁਪਏ ਕਿਲੋ ਦੁੱਧ ਲੈ ਕੇ ਜਾ ਰਹੇ ਨੇ। ਜਿਹੜੇ ਪਿੰਡ ਦੇ ਵਿੱਚ ਸੁਸਾਇਟੀ ਹੈ ਉੱਥੇ ਕੰਪੀਟੀਸ਼ਨ ਹੈ, ਉੱਥੇ ਪ੍ਰਾਈਵੇਟ ਬੰਦਾ ਵੀ ਸੁਸਾਇਟੀ ਨਾਲੋਂ ਮਹਿੰਗੇ ਰੇਟ 'ਤੇ ਦੁੱਧ ਲੈ ਕੇ ਜਾ ਰਿਹਾ। ਅਤੇ ਜੇ ਅੱਜ ਇੱਕ ਪਸ਼ੂ ਪਾਲਣ ਦਾ ਕਿੱਤਾ ਜੇ ਪਿੰਡਾਂ ਦੇ ਵਿੱਚ ਮਾੜਾ ਮੋਟਾ ਬਚਿਆ ਹੋਇਆ ਤਾਂ ਉਹ ਸਿਰਫ ਇਸ ਕਰਕੇ ਬਚਿਆ ਹੋਇਆ ਵਾ ਕਿ ਕੋਆਪਰੇਟਿਵ ਮਿਲਕ ਸੁਸਾਇਟੀਆਂ ਜਿੱਥੇ ਹੈਗੀਆਂ ਨੇ, ਸਾਡੇ ਮਿਲਕ ਪਲਾਂਟ ਦਾ ਉਹਦੇ 'ਚ ਇੱਕ ਬਹੁਤ ਵੱਡਾ ਯੋਗਦਾਨ ਹੈ। ਸੈਕਟਰੀ ਨੇ ਸੁਖਵਿੰਦਰ ਸਿੰਘ ਜੀ, ਸੋ ਗੱਲ ਖਾਦ ਦੀ ਆਪਾਂ ਕਰਦੇ ਸੀ ਨਾ, ਤੁਸੀਂ ਕਹਿ ਰਹੇ ਹੋ ਕਿ ਜੇ ਸੁਸਾਇਟੀਆਂ ਨਾ ਹੋਣ ਤਾਂ ਪੰਜਾਬ ਵਿੱਚ ਖਾਦ ਬਹੁਤ ਮਹਿੰਗੇ ਮੁੱਲ 'ਤੇ ਮਿਲੇ, ਸੋ ਕਿਸ ਤਰ੍ਹਾਂ ਉਹ ਕਿਵੇਂ ਨਿਰਧਾਰਿਤ ਕਰਦੇ ਹੋ? ਜੀ ਇਸ ਤਰ੍ਹਾਂ ਗੱਲ ਆ ਵੀ ਜਦ ਕਦੇ ਸ਼ਾਰਟੇਜ ਆ ਜਾਂਦੀ ਹੈ, ਅੱਗੇ ਵੀ ਕਈ ਵਾਰ, ਹੁਣ ਪਿਛਲੀ ਵਾਰ ਦੀ ਉਹ ਗੱਲ ਆ, ਕੋਵਿਡ ਆਇਆ ਸੀ ਅਤੇ ਹਾਂ, ਅਤੇ ਜਦ ਤੋਂ 20 ਤੋਂ ਆਇਆ ਸੀ, ਉਹ ਪਹਿਲੀ ਵਾਰ ਹੋਇਆ ਸੀ ਵੀ ਰੈਕ ਵੀ ਬੰਦ ਹੋ ਗਏ ਸੀ, ਅਤੇ ਉਸ ਟਾਈਮ ਜ਼ਿਮੀਂਦਾਰਾਂ ਨੂੰ ਬਹੁਤ ਵੱਡੀ ਮੁਸ਼ਕਿਲ ਆਈ ਆ। ਕਾਰਨ ਕੀ, ਸੁਸਾਇਟੀਆਂ 'ਚ ਮਾਲ ਆਇਆ ਨਹੀਂ ਗਾ, ਪਹਿਲਾਂ ਥੋੜ੍ਹਾ ਆਇਆ, ਜਦੋਂ ਰੁਕ ਗਏ, ਰੈਕ ਰੁਕ ਗਏ, ਅਤੇ ਲੋਕਾਂ ਨੂੰ ਜਾ ਕੇ ਹਰਿਆਣੇ 'ਚ ਜਾ ਕੇ ਖਾਦ ਲਿਆਉਣਾ ਪਿਆ। ਫਿਰ ਉੱਥੇ ਪ੍ਰਾਈਵੇਟ ਕੋਲ ਸੀਗਾ, ਕਿਸੇ ਭਾਅ ਮਿਲਿਆ ਉਹਨੇ ਲੈਣਾ, ਕਿਉਂਕਿ ਉਹਨੇ ਫਸਲ ਬੀਜਣੀ ਸੀ। ਜਦ ਹੁਣ ਅੱਜ ਦੀ ਪੋਜੀਸ਼ਨ ਆ ਜਿਹੜੀ, ਹੁਣ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਕੋਵਿਡ ਚੱਲ ਰਿਹਾ, ਸਾਰੀਆਂ ਸਾਡੇ ਸੁਸਾਇਟੀਆਂ 'ਚ ਖਾਦ ਆਇਆ ਪਿਆ। ਇਹ ਬਾਹਰ ਵਪਾਰੀ ਨੂੰ ਵੀ ਪਤਾ ਲੱਗ ਜਾਂਦਾ ਵੀ ਅੱਜ ਸੁਸਾਇਟੀਆਂ ਕੋਲ ਮਾਲ ਹੈਗਾ, ਅਤੇ ਉਹ ਫਿਰ ਉਹਦੀ ਕਾਲਾਬਾਜ਼ਾਰੀ ਨਹੀਂ ਕਰਦਾ, ਕੰਟਰੋਲ ਰੇਟ 'ਤੇ। ਹਾਂਜੀ, ਫਿਰ ਉਹਨਾਂ ਨੂੰ ਪਤਾ ਵੀ ਜੇ ਸਾਡੇ ਕੋਲੋਂ ਨਹੀਂ ਲਊ ਤਾਂ ਉਹ ਤਾਂ ਸੁਸਾਇਟੀ ਕੋਲ ਲੈ ਲੈਣਾ ਜਾ ਕੇ। ਇਸ ਕਰਕੇ ਬਹੁਤ ਫਰਕ ਪੈਂਦਾ ਜੀ ਇਹ ਚੀਜ਼ ਦਾ। ਜੇ ਸੁਸਾਇਟੀ ਨਾ ਹੋਵੇ, ਮਤਲਬ ਖਾਦ ਦੀ ਬਹੁਤ ਵੱਡੀ ਕਾਲਾਬਾਜ਼ਾਰੀ ਹੋ ਸਕਦੀ ਹੈ। ਲਿਮਟਾਂ ਦੀ ਗੱਲ ਕਰਦੇ ਸੀ ਆਪਾਂ, ਪਹਿਲਾਂ ਵੀ ਡਿਸਕਸ ਕੀਤੀ ਗੱਲ। ਸੋ ਲਿਮਟਾਂ ਕਿਸ ਤਰ੍ਹਾਂ ਦਿੰਦੀ ਹੈ ਸੁਸਾਇਟੀ? ਕਿਉਂਕਿ ਇੱਕ ਵੱਡੀ ਗੱਲ ਇਹ ਵੀ ਆ, ਕਿਸਾਨ ਨੂੰ ਪੈਸੇ ਦੀ ਵੀ ਲੋੜ ਹੁੰਦੀ ਆ, ਲਿਮਟ ਦੀ ਵੀ ਲੋੜ ਹੁੰਦੀ, ਕਿ ਸੁਸਾਇਟੀ ਲਿਮਟ ਕਿਵੇਂ ਦਿੰਦੀ? ਲਿਮਟ ਸਰ ਜੀ ਕਿਸਾਨ ਦੇ ਜਿੰਨੀ ਜ਼ਮੀਨ ਆ ਉਸ ਹਿਸਾਬ ਨਾਲ ਬਣਾਈ ਜਾਂਦੀ ਆ, ਪਰ ਏਕੜ ਦੇ ਹਿਸਾਬ ਨਾਲ ਬਣਾਈ ਜਾਂਦੀ ਆ। ਸਾਡੇ ਕੋਆਪਰੇਟਿਵ ਬੈਂਕ ਦੇ ਜੋ ਵੀ ਉਹ ਰੂਲ ਫਾਲੋ ਕਰਦੇ ਨੇ, ਉਹੀ ਸੁਸਾਇਟੀਆਂ ਰੂਲ ਫਾਲੋ ਕਰਦੀਆਂ ਨੇ ਪਲੱਜ ਕਰਕੇ। ਕਿਉਂਕਿ ਇੱਕ ਤਾਂ STA ਕਰਜ਼ਾ ਹੁੰਦਾ, ਅਤੇ ਉਹ ਤਾਂ ਜ਼ਿਮੀਂਦਾਰ ਵੈਸੇ ਆਪਣੀ ਫਸਲ ਲਈ ਲੈ ਸਕਦਾ, ਖਾਦ ਚੱਕ ਸਕਦਾ ਉਹਦੇ ਵਿੱਚ, ਜੋ ਵੀ ਸੁਸਾਇਟੀ ਦੇ ਵਿੱਚ। ਜੇ ਇਨਕਮ ਦੀ ਗੱਲ ਕੀਤੀ ਜਾਵੇ ਤਾਂ ਸੁਸਾਇਟੀਆਂ ਨੂੰ ਇਨਕਮ ਕਿੱਥੋਂ ਹੁੰਦੀ ਹੈ?
ਇਨਕਮ ਫਰਟੀਲਾਈਜ਼ਰ ਸੇਲ ਹੁੰਦੀ ਆ, ਉਹਦੇ ਵਿੱਚੋਂ ਵੀ ਕਮਿਸ਼ਨ ਆਉਂਦਾ ਕੁਛ। ਬਾਕੀ ਸਾਰੀਆਂ ਸੋਸਾਇਟੀਆਂ ਦੇ ਵੱਖੋ ਵੱਖ ਕੰਮ ਕੀਤੇ ਹੋਏ ਨੇ ਹਰੇਕ ਦੇ। ਕੋਈ ਸ਼ਾਪ ਵੀ ਚੱਲਦੀਆਂ ਨੇ ਸੋਸਾਇਟੀਆਂ ਦੀਆਂ, ਹਰ ਕਿਸਮ ਦਾ ਕੰਮ ਸੋਸਾਇਟੀ ਕਰ ਸਕਦੀ ਆ। ਤੇ ਜਿੱਥੇ ਮੁਲਾਜ਼ਮ ਕਈ ਜਗ੍ਹਾ ਤੇ ਹੁਣ ਤਾਂ ਮੁਲਾਜ਼ਮ ਥੋੜ੍ਹੇ ਘੱਟ ਗਏ, ਫਿਰ ਵੀ ਜਾਣੀ ਕਾਫੀ ਸੋਸਾਇਟੀਆਂ ਨੇ ਜਿਹੜੀਆਂ ਬਹੁਤ ਵਧੀਆ, ਕੋਈ ਹਾਰਡਵੇਅਰ ਦਾ ਕੰਮ ਕਰਦੀ ਆ। ਤੇ ਕਿਤੇ ਖੋਲੇ ਹੋਏ ਨੇ ਸੁਸਾਇਟੀਆਂ ਨੇ? ਹਾਂਜੀ, ਨਾਲ ਕਿਤੇ ਹੋਰ ਮਤਲਬ ਲੋਨ ਤੋਂ ਬਿਨਾਂ ਹੋਰ ਕੰਮ ਕੀਤੇ ਹੋਏ ਨੇ। ਸ਼ਬਦਾਂ 'ਚ ਹੀ ਗੱਲ ਕਰਾਂਗੇ, ਨਿਬੇੜਾਂਗੇ। ਤੇ ਕਿੰਨੀਆਂ ਕੁ ਲਾਹੇਵੰਦ ਨੇ ਕਿਸਾਨੀ ਨੂੰ ਬਚਾਉਣ ਦੇ ਲਈ? ਬਹੁਤ ਜ਼ਿਆਦਾ, ਇਹਦਾ ਤਾਂ ਜੀ ਕੋਈ ਮੁੱਲ ਹੀ ਨਹੀਂ ਹੈਗਾ। ਜੇ ਸੁਸਾਇਟੀਆਂ ਨਾ ਹੋਣ ਤਾਂ ਕਿਸਾਨ ਦਾ ਬਚਣਾ ਬਹੁਤ ਮੁਸ਼ਕਲ ਹੈ। ਸੋ ਸੁਸਾਇਟੀਆਂ ਤੁਸੀਂ ਸੁਣ ਲਿਆ ਕਿਸ ਤਰ੍ਹਾਂ ਕੰਮ ਕਰਦੀਆਂ ਨੇ। ਕਈ ਤਰ੍ਹਾਂ ਦੇ ਸੰਦ ਨੇ ਜੋ ਸੁਸਾਇਟੀਆਂ ਵੱਲੋਂ ਬਣਾਏ ਗਏ ਨੇ ਤਾਂ ਜੋ ਖੇਤੀ ਆ ਸਾਂਝੇ ਰੂਪ 'ਚ ਕੀਤੀ ਜਾ ਸਕੇ, ਅਤੇ ਇਹਦੇ ਨਾਲ ਹੀ ਜੋ ਸੁਸਾਇਟੀਆਂ ਨੇ ਉਹ ਸਾਂਝੇ ਰੂਪ 'ਚ ਖੇਤੀ ਨੂੰ ਜੋ ਏਕੇ ਨੂੰ ਜੋੜਦੀਆਂ ਨੇ ਤਾਂ ਜੋ ਕਿਸਾਨਾਂ ਅਤੇ ਕਿਸਾਨੀ ਤੇ ਜ਼ਿਆਦਾ ਭਾਰ ਨਾ ਪਏ। ਲੁਧਿਆਣੇ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਖੂ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।